ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਬਰਗਾ ਦੀ ਉਪਦਾਨ ਜਤ ਬੰਧਨ ਕਰ ਬੈਸੇ, ਚਮਰ ਚਲਾਵਲ ਧਰਤ ਹੈ ਦੁਤ ਹੰਸਨ ਜੈਸੇ। ਸੁਬਟ ਮਸੰਦ ਬਿਲੰਦ ਜੇ ਚਲ ਕਰ ਤਬ ਆਏ, ਮੁਦਤ ਹੋਤ ਪੁਰ ਜਨ ਸਰਬ ਪੁਰ ਦਰਸ਼ਨ ਚਾਏ। ਪਰਮ ਸਨਮਾਨ ਆਵਰ ਸਾਹਿਬ ਕਮਾਲ बारगाहे इनायत के मालक, कलयुगी जीवों के उद्धार करता, साहिब सहाबा जोत रूप हर आप, महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमई इनायतमई श्री चरण कमलों च विराजमान गुरु प्यारी साध संगत, गुरुदेव जी की महान इनायत का सदका साडे सारियां दे सिर ते मेहरमतमई रखे हथ का सदका जीवन का अज का दिन भी प्राप्त होया और इस नवे दिन की जो नवे जन्म समान है शाम अजीज़ुल नवाज गनीमुल खराज पातशाह गुरु गोबिंद सिंह साहिब जी दे चरण कमलों की खाक दे नाम करना नसीब होया। सतगुरु जी की मेहर सदका सोदर चौंकी दे कीर्तन हर कीरत हमरी रह रास, आरती अरदास ते फिर सदाए खास। गुरुदेव जी दे पावन हुक्मनामे आपने झोली च पाए हन। कुछ समा होर मेरियां पीरियां दे दाते छेवें गुरु नानक गुरु हरगोबिंद साहिब जी दियां अमृत जीवन कथड़ियाँ पावन जीवन प्रसंग जिन्हों सुनदियां विचारदियां मन वसाउंदियां जीवन अमृतमई बन जाता है। गुरु इतिहास विचार गुरु दीदार का बायस बन सके, इसलिए जितने माता भराता हाजरीन हाज़री पर रहे हो, बेशतर छोटी जही ध्यान साधना है। दोवां हत्थां नूं हिरदे दे सामने जोड़ो, नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे चरण कमलों ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरू जी की फतेह। कल तक सरवण करदियां इतना प्रेम सहित आपने सरवण किया ते मेरियां पीरियां दे दाते अकाल पुरख दी दरगाह दे तख्त नूं संसार ते अकाल तख्त रूप विच प्रगट करन वाले साहिब मालवे नूं तारदे हुए श्री करतारपुर साहिब दुआबे विच आ पहुँचे हैं।
ਸੰਗਤਾਂ ਵਿੱਚ ਬੜਾ ਵੱਡਾ ਉਤਸ਼ਾਹ ਹੈ ਤੇ ਬੜਾ ਵੱਡਾ ਸਵਾਗਤ ਸੰਗਤਾਂ ਨੇ ਕੀਤਾ। ਮਹਾਰਾਜ ਜੀ ਦੀਆਂ ਮਿਹਰਾਂ ਪ੍ਰਾਪਤ ਹੋਈਆਂ। ਇਹ ਸੁਣ ਕੇ ਨੇੜੇ ਹੀ ਵਸਦਾ ਪੈਂਦੇ ਖਾਨ ਮਹਾਰਾਜ ਜੀ ਦੇ ਦਰਸ਼ਨਾਂ ਲਈ ਆਇਆ ਤੇ ਪਤਾ ਚੱਲਿਆ ਬਹਾਦਰ ਬਾਬਾ ਬਿਧੀ ਚੰਦ ਜੀ ਦੁਆਰਾ ਕਿ ਮਹਾਰਾਜ ਆਪਣੇ ਮੰਦਰ ਵਿੱਚ ਬਿਰਾਜਣ ਵਾਸਤੇ ਚਲੇ ਗਏ ਹਨ। ਜੰਗ ਦੇ ਇਸਨੇ ਖਬਰਨਾਮੇ ਪੁੱਛੇ। ਬਹਾਦਰ ਬਾਬਾ ਬਿਧੀ ਚੰਦ ਜੀਆਂ ਨੇ ਸਾਰਾ ਸੁਣਾਇਆ ਜੋ ਮੁੱਖ ਪੁਆਇੰਟ ਸਨ। ਆਖਣ ਲੱਗਾ ਬਾਕੀ ਸਭ ਠੀਕ ਹੈ ਪਰ ਮੈਨੂੰ ਨਹੀਂ ਦੱਸਿਆ ਗਿਆ, ਮੈਨੂੰ ਨਹੀਂ ਸੱਦਿਆ ਗਿਆ। ਜੇ ਮੈਨੂੰ ਸੱਦਦੇ ਤੇ ਭਾਈ ਜੇਠੇ ਨੂੰ ਮੈਂ ਸ਼ਹੀਦ ਨਾ ਹੋਣ ਦਿੰਦਾ, ਮਹਾਰਾਜ ਦਾ ਸੁਹੇਲਾ ਘੋੜਾ ਸ਼ਹੀਦ ਨਾ ਹੋਣ ਦਿੰਦਾ। ਮੇਰੇ ਵਰਗੇ ਸੂਰਮੇ ਦੇ ਹੁੰਦਿਆਂ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਜੰਗ 'ਚ ਜਾਣ ਦੀ ਲੋੜ ਨਹੀਂ, ਮੈਂ ਇਤਨਾ ਸੂਰਮਾ ਹਾਂ। ਪਰ ਚਲੋ ਹੁਣ ਸਮਾਂ ਲੰਘ ਗਿਆ, ਕੀ ਕਰੀਏ। ਬਹਾਦਰ ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਪੈਂਦੇ ਖਾਨ ਇਹ ਤਾਂ ਸਤਿਗੁਰੂ ਦੀ ਮਰਜ਼ੀ ਹੈ, ਕਿਸ ਨੂੰ ਬੁਲਾਉਣਾ ਹੈ ਕਿਸ ਨੂੰ ਨਹੀਂ ਬੁਲਾਉਣਾ, ਕਿਸ ਨੂੰ ਨਿਵਾਜਣਾ ਹੈ ਕਿਸ ਨੂੰ ਨਹੀਂ ਨਿਵਾਜਣਾ, ਇਹ ਗੁਰੂ ਸਾਹਿਬ ਦੀ ਇੱਛਾ ਹੈ, ਸਾਡੀ ਕੋਈ ਮਰਜ਼ੀ ਨਹੀਂ, ਨਾ ਤੇਰੀ ਤੇ ਨਾ ਮੇਰੀ। ਵਾਕਈ ਜੋ ਕੁਝ ਹੁੰਦਾ ਹੈ, ਜੋ ਕੁਛ ਕੀਆ ਸੋ ਹਰ ਕੀਆ। ਆਪ ਜਿਤਨੇ ਮਹਾਰਾਜ ਦੇ ਦਰਸ਼ਨਾਂ ਲਈ ਪਹੁੰਚੇ ਹੋ, ਆਪਣੇ ਬਲ ਨਾਲ ਨਹੀਂ ਪਹੁੰਚੇ ਬਲਕਿ ਸਾਹਿਬ ਜੀ ਨੇ ਆਪ ਗੋਦ ਵਿੱਚ ਬਿਠਾ ਕੇ ਸਾਰਿਆਂ ਨੂੰ ਆਪਣੇ ਘਰ ਦੀਦਾਰ ਲਈ ਬੁਲਾਇਆ ਹੈ। ਤੇ ਜਿਨ੍ਹਾਂ ਨੂੰ ਆਪ ਬੁਲਾਇਆ ਹੋਵੇ ਉਹਨਾਂ ਨੂੰ ਫਿਰ ਮਾਣ ਨਾਲ ਤੋਰੀ ਦਾ ਵੀ ਹੈ। ਜਾਣ ਲੱਗਿਆਂ ਮਹਾਰਾਜ ਸਭ ਦੀਆਂ ਝੋਲੀਆਂ ਬਰਕਤ ਨਾਲ ਭਰ ਕੇ ਤੋਰਦੇ ਨੇ, ਖਾਲੀ ਕੋਈ ਨਹੀਂ ਜਾਂਦਾ। ਇਹ ਸਤੰਬਰ ਮਹੀਨੇ ਦੀ ਮੇਰੇ ਖਿਆਲ ਗੱਲ ਹੈ, 2-3 ਸਤੰਬਰ ਦੀ, ਮੁਰਾਦਾਬਾਦ ਤੋਂ ਭਾਈ ਕੋਮਲ ਸਿੰਘ ਜੀ ਦਾ ਫੋਨ ਆਇਆ ਬਈ ਮੇਰੀ ਬੱਚੀ ਅਭਿਲਾਸ਼ਾ ਕੌਰ ਪਹਿਲੇ IAS ਜਿਹੜਾ ਪੇਪਰ ਹੈ ਉਹਦੇ 'ਚ ਰਹਿ ਗਈ ਹੈ, ਹੁਣ ਅਰਦਾਸ ਕਰੋ ਮਹਾਰਾਜ ਉਸ ਨੂੰ ਜੱਜ ਬਣਾ ਦੇਵੇ। IAS ਪੇਪਰ ਜਿਹੜਾ ਹੈ ASIAS ਹੁੰਦਾ, ਉਹ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼ ਦਾ। ਇੱਥੇ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਤੇ ਕੱਲ੍ਹ ਸਾਰਾ ਪਰਿਵਾਰ ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਲਈ ਪਹੁੰਚਿਆ ਵੀ ਗੁਰੂ ਕਲਗੀਧਰ ਪਾਤਸ਼ਾਹ ਨੇ ਮਿਹਰ ਭਰੇ ਸਿਰ 'ਤੇ ਹੱਥ ਰੱਖ ਕੇ ਤੇ ਇਹ ਟੈਸਟ ਜਿਹੜਾ ਸਫਲ ਕਰਵਾ ਦਿੱਤਾ। ਹੁਣ ਉਹ ਬੱਚੀ ਜੱਜ ਬਣ ਜਾਏਗੀ। ਮਹਾਰਾਜ ਆਪਣੀ ਖੇਡ ਆਪ ਵਰਤਾਉਂਦੇ ਨੇ, ਆਪ ਕਿਰਪਾ ਕਰਦੇ ਨੇ। ਜਿਨ੍ਹਾਂ ਨੂੰ ਬੁਲਾਉਂਦੇ ਨੇ ਉਹਨਾਂ ਦੀਆਂ ਝੋਲੀਆਂ ਭਰ ਕੇ ਤੋਰਦੇ। ਇਹ ਮੈਂ ਦਾਅਵੇ ਨਾਲ ਦਾਵਾ ਮਹਾਰਾਜ ਦੇ ਚਰਨ ਕਮਲਾਂ 'ਤੇ ਰੱਖ ਕੇ ਕਹਿ ਸਕਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪ੍ਰਤੱਖ ਤੌਰ 'ਤੇ ਬਿਰਾਜਮਾਨ ਨੇ, ਪਰਦਾ ਤੇ ਛੁਪਾਓ ਕੋਈ ਨਹੀਂ ਹੈ। ਤੇ ਮਹਾਰਾਜ ਜੀ ਸਭ ਦੀਆਂ ਝੋਲੀਆਂ ਭਰ ਕੇ ਭੇਜਦੇ ਨੇ, ਖਾਲੀ ਕੋਈ ਜਾਂਦਾ ਹੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹਨੂੰ ਚਾਹਣ ਬੁਲਾ ਲੈਂਦੇ ਨੇ, ਜਿਹਨੂੰ ਚਾਹਣ ਨਿਵਾਜ਼ ਦਿੰਦੇ ਨੇ। ਬਹਾਦਰ ਬਾਬਾ ਬਿਧੀ ਚੰਦ ਕਹਿਣ ਲੱਗੇ ਸਾਡੇ ਵੱਸ ਦੀ ਗੱਲ ਨਹੀਂ, ਜੋ ਗੁਰੂ ਕਰਦਾ। ਇਸ ਤਰ੍ਹਾਂ ਬੜਾ ਮਹਾਰਾਜ ਜੀ ਦਾ ਜਸ ਫੈਲਿਆ। ਜਸ ਕਰਨ ਵਾਲੇ ਜਿਹੜੇ ਨੇ ਉਹ ਮਹਾਰਾਜ ਜੀ ਦੇ ਢਾਡੀ, ਮਹਾਰਾਜ ਜੀ ਦੇ ਬੁਲਾਰੇ, ਉਹ ਸਾਰੇ ਮਹਾਰਾਜ ਜੀ ਦਾ ਜਸ ਸੰਗਤਾਂ ਨੂੰ ਸੁਣਾਉਂਦੇ। ਫਿਰ ਇਸ ਢੰਗ ਦੇ ਨਾਲ ਸੰਗ ਸ਼ਬਦ ਚੋਂ ਔਰ ਤੇ ਪੁਰ ਬਿਖੇ ਉਠਾਵੇਂ, ਬਸਤਰ ਸ਼ਸਤਰਨ ਪਹਿਰ ਕਰ ਗੁਰ ਬਾਹਰ ਆਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਆਦਿ ਕਰਕੇ ਆਪਣੇ ਧਿਆਨ ਵਿੱਚ ਸਵੈ ਸਰੂਪ ਵਿੱਚ ਲੀਨ ਹੋ ਕੇ
ਇਹ ਬੜਾ ਜ਼ਰੂਰੀ ਹੈ ਸਾਧ ਸੰਗਤ। ਜਿਵੇਂ ਜਲ ਨਾਲ ਸਾਰੇ ਸਰੀਰ ਦਾ ਇਸ਼ਨਾਨ ਨਾ ਕਰਾਈਏ ਤੇ ਠੰਡ ਨਹੀਂ ਨਾ ਪੈਂਦੀ, ਸਰੀਰ ਪਵਿੱਤਰ ਨਹੀਂ ਹੁੰਦਾ। ਇਸੇ ਤਰ੍ਹਾਂ ਅੰਮ੍ਰਿਤ ਵੇਲੇ ਜਾਗ ਕੇ ਆਪਣੇ ਮਨ ਦਾ ਟੁੱਬਾ ਵੀ ਨਾਮ ਜਲ ਵਿੱਚ ਲਾਉਣਾ ਪੈਂਦਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਜਪਣਾ, ਇਸ਼ਨਾਨ ਕਰਨਾ ਹੈ। 5 ਬਾਣੀਆਂ ਗੁਰੂ ਦੀਆਂ ਬਖਸ਼ੀਆਂ ਹੋਈਆਂ, ਇਹ ਮਨ ਦਾ ਇਸ਼ਨਾਨ ਕਰਾਉਣਾ। ਇਸ ਢੰਗ ਦੇ ਨਾਲ ਮਹਾਰਾਜ ਜੀ ਦੀ ਖੇਡ ਵਰਤ ਜਾਂਦੀ ਹੈ ਤੇ ਫਿਰ ਮਨ ਨੂੰ ਵੀ ਠੰਡ ਪੈ ਜਾਂਦੀ ਹੈ, ਆਤਮਾ ਜਿਹੜੀ ਹੈ ਉਹ ਤ੍ਰਿਪਤ ਹੁੰਦੀ ਹੈ। ਸਰੀਰ ਦਾ ਭੋਜਨ ਮੈਂ ਅਰਜ਼ ਕਰਾਂ ਅੰਨ ਹੈ, ਪਾਣੀ ਹੈ, ਸਰੀਰ ਦੀ ਖੁਰਾਕ, ਤੇ ਆਤਮਾ ਦੀ ਖੁਰਾਕ ਜਾਪ ਹੈ ਤੇ ਬਾਣੀ ਹੈ। ਇਹ ਬੜਾ ਜ਼ਰੂਰੀ ਹੈ ਕਿ ਸਿੱਖ ਅੰਮ੍ਰਿਤ ਵੇਲੇ ਜਾਗੇ ਤੇ ਜਾਪ ਕਰੇ। ਥੋੜ੍ਹੇ ਸਮੇਂ ਤੋਂ ਸ਼ੁਰੂ ਕਰ ਲਓ, ਫਿਰ ਸਮਾਂ ਗੁਰੂ ਆਪ ਹੀ ਵਧਾ ਦਿੰਦਾ ਹੈ। ਜਿਵੇਂ ਕੋਈ ਨੌਕਰੀ ਸ਼ੁਰੂ ਕਰਦਾ ਹੈ ਨਾ, ਤੇ ਉਹਦੀ ਤਨਖਾਹ ਥੋੜ੍ਹੀ ਲੱਗਦੀ ਹੈ, ਪਰ ਜਿਉਂ-ਜਿਉਂ ਉਹ ਕੰਮ ਕਰਦਾ ਜਾਂਦਾ ਹੈ ਤੇ ਮਾਲਕ ਦੀ ਮਰਜ਼ੀ ਅਨੁਸਾਰ ਚੱਲਦਾ ਹੈ, ਫਿਰ ਤਨਖਾਹ ਵਧਣ ਲੱਗ ਪੈਂਦੀ। ਫਿਰ ਇੱਕ ਦਿਨ ਮਾਲਕ ਖੁਸ਼ ਹੋ ਕੇ ਉਹਨੂੰ ਆਪਣਾ ਮੁਨਸੀ ਬਣਾ ਲੈਂਦਾ ਹੈ, ਆਪਣਾ ਸਹਾਇਕ ਅਸਿਸਟੈਂਟ ਬਣਾ ਲੈਂਦਾ ਹੈ, ਔਰ ਮਾਲਕ ਵਰਗੀ ਉਹਦੇ ਸਿਗਨੇਚਰ ਦੀ ਤਾਕਤ ਹੋ ਜਾਂਦੀ। ਇਸ ਢੰਗ ਦੇ ਨਾਲ ਥੋੜ੍ਹਾ ਜਿਹਾ ਜਪਦਿਆਂ ਜਪਦਿਆਂ ਇੱਕ ਦਿਨ ਗੁਰੂ ਸਿੱਖ ਨੂੰ ਆਪਣੇ ਵਰਗਾ ਹੀ ਕਰ ਲੈਂਦਾ, ਕੋਈ ਫਰਕ ਨਹੀਂ ਰਹਿਣ ਦਿੰਦਾ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਿਵੇਂ ਦੁਨੀਆ ਦੇ ਕਾਲਜਾਂ ਵਿੱਚ ਵਿੱਦਿਆ ਪੜ੍ਹ ਕੇ, ਸਕੂਲਾਂ 'ਚ ਐਲੀਮੈਂਟਰੀ ਸਿੱਖ ਕੇ ਫਿਰ ਬੰਦਾ ਇੱਕ ਦਿਨ ਟੀਚਰ ਬਣ ਸਕਦਾ ਹੈ ਨਾ, ਇਸ ਤਰ੍ਹਾਂ ਵਾਹਿਗੁਰੂ 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 ਕਰਦਿਆਂ ਇੱਕ ਦਿਨ ਐਸਾ ਆ ਜਾਂਦਾ, ਮਨੁੱਖ ਵਾਹਿਗੁਰੂ ਦਾ ਰੂਪ ਹੋ ਜਾਂਦਾ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨ ਜਾਣੋ ਮਾਨਸ ਦੇਹਾ। ਫਰਕ ਨਹੀਂ ਰਹਿਦਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਖੁਦ ਸਾਨੂੰ ਕਰਕੇ ਦੱਸਿਆ ਹੈ ਬਈ ਜਿਵੇਂ ਤਨ ਨੂੰ ਭੁੱਖਾ ਰੱਖ ਕੇ ਤੇ ਤਾਕਤ ਵਾਲਾ ਨਹੀਂ ਨਾ ਰੱਖਿਆ ਜਾ ਸਕਦਾ, ਇਸ ਤਰ੍ਹਾਂ ਮਨ ਨੂੰ ਨਾਮ ਦੇ ਭੋਜਨ ਤੋਂ ਭੁੱਖਾ ਰੱਖ ਕੇ ਵੀ ਤਾਕਤ ਵਾਲੀ ਗੱਲ ਨਹੀਂ ਕੀਤੀ ਜਾ ਸਕਦੀ। ਮਜ਼ਬੂਤ ਹੁੰਦਾ ਹੈ ਵਿਚਾਰ ਪ੍ਰਵਾਹ, ਮਜ਼ਬੂਤ ਹੁੰਦਾ ਹੈ ਆਤਮ ਬਲ ਜਪਣ ਦੇ ਨਾਲ। ਇਸ ਲਈ ਜਪਣ ਵਾਲਿਆਂ ਕੋਲ ਸਾਰੀਆਂ ਹੀ ਬਰਕਤਾਂ ਨੇ, ਸਾਰੀਆਂ ਹੀ ਇਨਾਇਤਾਂ ਨੇ। ਮਹਾਰਾਜ ਉਹਨਾਂ ਦੀਆਂ ਝੋਲੀਆਂ ਬਰਕਤਾਂ ਨਾਲ ਭਰ ਦਿੰਦਾ ਹੈ। ਇਸ ਤਰ੍ਹਾਂ ਮਹਾਰਾਜ ਸਵਯੰ ਜਪ ਕਰਕੇ ਫਿਰ ਸ਼ਸਤਰ ਬਸਤਰ ਪਾ ਕੇ ਤੇ ਬਾਹਰ ਸੰਗਤ ਵਿੱਚ ਆਏ ਹਨ। ਬਰਨ ਬਰਨ ਕੇ ਫਰਸ਼ ਤਬ ਦੀਰਘ ਡਸਵਾਏ, ਰੰਗ ਬਰੰਗੀਆਂ ਚਾਦਰਾਂ ਗਾਲੀਚੇ ਕਾਲੀਨ ਵਿਛੇ ਹੋਏ। ਤੇ ਮਹਾਰਾਜ ਜੀ ਦਾ ਸਿੰਘਾਸਣ ਲੱਗਿਆ ਹੋਇਆ ਹੈ, ਜਿਸ ਤੇ ਆਪ ਜੀ ਨੇ ਬਿਰਾਜਣਾ ਹੈ। ਅਗਰੀ ਕਥਾ ਸਰਵਣ ਕਰੀਏ ਪੇਸ਼ਤਰ ਆਖੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ, ਗੱਜ ਕੇ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਬਰਗਾ ਦੀ ਉਪਦਾਨ ਜੁਤ ਬੰਧਨ ਕਰ ਬੈਸੇ। ਵੱਡਾ ਸਿੰਘਾਸਣ ਮਹਾਰਾਜ ਜੀ ਦਾ ਲੱਗਿਆ ਹੋਇਆ ਹੈ, ਪਿੱਛੇ ਵੱਡਾ ਗੋਲ ਸਿਰਹਾਣਾ ਰੱਖਿਆ ਹੋਇਆ ਢੋਲ ਲਾਉਣ ਵਾਸਤੇ, ਉਹਨੂੰ ਉਪਧਾਨ ਕਹਿੰਦੇ। ਸਿਰਹਾਣੇ ਦੇ ਕਈ ਨਾਮ ਨੇ, ਬਾਲਿਸ, ਤਕੀਆ, ਮੌਨ, ਔਰ ਇਸ ਤਰ੍ਹਾਂ ਦੇ ਨਾਲ ਸਿਰਹਾਣਾ ਔਰ ਉਪਧਾਨ। ਮਹਾਰਾਜ ਜੀ ਦੇ ਬਿਰਾਜਣ ਲਈ ਢੋਲ ਆਉਣ ਵਾਸਤੇ ਉਹ ਸਿਰਹਾਣਾ ਬੜਾ ਵੱਡਾ ਜਿਹੜਾ ਨਾ ਉਹ ਲੱਗਿਆ ਹੋਇਆ, ਉਸ ਤੇ ਹੱਥ ਵੀ ਰੱਖਿਆ ਜਾ ਸਕਦਾ, ਆਰਮ ਰੈਸਟ ਵੀ ਉਹ ਬਣ ਜਾਂਦਾ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਬਰਗਾਦੀ ਉਪਦਾਨ ਜੁਤ ਬੰਧਨ ਕਰ ਬੈਸੇ। ਮਹਾਰਾਜ ਸੱਚੇ ਪਾਤਸ਼ਾਹ ਸਿੰਘਾਸਣ ਤੇ ਬੈਠਣ ਲੱਗੇ ਤੇ ਪਹਿਲੇ ਦੋਵੇਂ ਹੱਥ ਜੋੜ ਕੇ ਤੇ ਸਿੰਘਾਸਣ ਨੂੰ ਨਮਸਕਾਰ ਕੀਤਾ। ਵਾਹ। ਤੋ ਇੱਥੇ ਮਹਾਰਾਜ ਕੋਈ ਸਿਰਹਾਣੇ ਨੂੰ ਨਮਸਕਾਰ ਕਰ ਰਹੇ ਨੇ, ਜਾਂ ਗੱਦੀਆਂ ਨੂੰ ਨਮਸਕਾਰ ਕਰ ਰਹੇ ਨੇ, ਜਾਂ ਆਸਣ ਨੂੰ ਨਮਸਕਾਰ ਕਰ ਰਹੇ ਨਹੀਂ।
महाराज जानते ने ये आसन दुनियावी नहीं है, ये आसन दरगाही है, परमात्मा का आसन है। अकाल पुरख तां ही आख्या जाता है, अकाल तखत तां ही आख्या जाता है। ये पंजे ही तखत अकाल पुरख दे तखत ने, अकाल तखत ने, ये कोई काल दे विच तखत नहीं है। सारा ब्रह्मंड खत्म हो सकता है, पर ये अकाल दे रचे हुए अकाल पुरख दे पंज तखत जिहड़े संसार ते ने, सारा ब्रह्मंड खत्म हो जाएगा, पर इन्हां दी शक्ति खत्म कदी नहीं होगी। महाराज सच्चे पातशाह जानते ने भी अकाल पुरख दे सिंघासन ते बैठन लगे, इसलिए पहले अकाल पुरख नूं नमस्कार कीती, दोवें हाथ जोड़ के शीस निवाया। चमर चला चल धरत है तुत हंसन जैसे। इस तरह महाराज सच्चे पातशाह नमस्कार करके फिर बैठे हैं, ते लगातार चौर जिहड़ा है ना वो चलता जा रहा है, झुल रहा है, ते जिवें हंस इधरों उठ के इधर बैठ जाता है, इस तरह चौर सफेद जिवें महाराज जी का चौर झुल रहा है, इस तरह सोहनी छवि बनी हुई है। सुबट मसंद बिलंद जे चल कर तब आए। महाराज सच्चे पातशाह जी के चरणों ते नमस्कार करने लई आए हुए सन। सुपट, भट का मतलब होता है सूरमा, बहादुर, वीर, बली, योद्धा, ते सस्सा औंकड़ नाल लग जाए तो फिर हो जाता है सुपट। सूरमा निरा ताकत वाले नूं भी कह देंगे, 10-20 नूं मार ले उन्होंने भी कह देंगे बड़ा सूरमा, बड़ा सूरमा। पर गुरु पातशाह के जेड़े सूरमे ने वो निरे भट नहीं, सुभट ने, भाव संत सिपाही ने, नाम जपण वाले ने, बाणी पढ़न वाले ने, गुरु की रजा च चलन वाले ने, वो सारे महाराज जी के हाजरी विच ते मसनदी सेवक जिन्होंने महाराज ने तखत दे के निवाजिया होया है, मंजियां आदक बख्शियां हुई ने, जिन्होंने आम बोली विच मसंद कह दें। वैसे ये अरेबिक ओरिजिन शब्द है मसनद, ते मसनद तो फिर अपभ्रंश शब्द है मसंद। मसनदी, मसनद ते मसंद। भाई फेरू वर्गे बड़े ब्रह्म ज्ञानी मसंद होए हैं। ये गल वखरी है, कुछ भ्रष्ट हो गए तो महाराज ने उन्होंने देहरादून विच तल दिता सी, तुहानूं पता ही, इतिहास तुसीं पढ़िया है। पर बहु गिणती मसंदां दी चंगी सी, भले सन, नाम जपण वाले, बाणी पढ़न वाले, और कार भेटा लिया के महाराज नूं चरनां विच अर्पण करन वाले। चाचा फग्गोमल भी सासाराम वाले महाराज जी के मसनदी सेवादार। गुरु तेग बहादुर जी ने उन्होंने बहुत निवाजिया, बहुत बरकतां नाल झोलियां भरियां। इस तरह जेड़े मसनदी सन महाराज दे मसंद, अज ते शब्द किसी भद्दी गाली वर्गा, गाल वर्गा बन, किसी नूं मसंद कह दिओ ना तो अगला समझदा मैनूं भैड़ी गाल कढ़ दे। कुछ कर्म कुछ लोगों के ऐसे हो गए सन, जिस करके महाराज नूं उन्हां नूं पनिश करना पिया। और इस ढंग दे नाल उस वेले मसंद जेड़े निवाजे हुए वो भी सारे महाराज जी के दर्शनां लई आए हुए हैं। मुदत होत पुर जन सर्ब उर दर्शन चाए। सारी पावन पवित्र नगरी श्री करतारपुर साहिब दे तमाम नर नार सिख संगतां साहिब जी का दर्शन चाहदियां हन। आए सभा पूरन पई लोचन अरबिंदा। सारे महाराज जी के दर्शनां लई आए हुए सन, ते सब दे नेत्र कमल सूरज नुमा गुरु हरगोबिंद साहब जी के दर्शनां लई तरसदे पे सन। और इस तरह फिर महाराज आ गए ते मानो सभा पूर्ण हो गई, सभा निवाजी गई। जिवें बहुत वड्डा तारा मंडल होवे ते चंद्रमा चढ़ पे ते फिर रात जिहड़ी है चाननी हो जाती, तारियां करके नहीं आती, पर सारे तारे भी उस वेले सोहणे लगदे ने जदों चंद्रमा विच आ जाता।
ਇਸ ਤਰ੍ਹਾਂ ਮਹਾਰਾਜ ਜੀ ਦੇ ਆਉਣ ਨਾਲ ਇਹ ਸਭਾ ਹੋਰ ਸੁਹਾਵਣੀ ਹੋ ਗਈ ਹੈ। ਪੰਡਤ ਬਿਕਸਤ ਦੇਖਤੇ ਰਬ ਹਰ ਗੋਬਿੰਦਾ। ਸੂਰਜ ਦੀ ਤਰ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਰੀਆਂ ਸੰਗਤਾਂ ਸੂਰਮੇ ਭੱਟ ਮਸੰਦ ਨਮਸਕਾਰ ਕਰ ਕਰਕੇ ਖੁਸ਼ ਹੋ ਰਹੇ ਹਨ। ਮੈਂ ਦੇਖਾਂ ਆਇਓ ਤਬੈ ਜੁਤ ਅਪਰ ਕਿਰਪਾਨਾ। ਇਸ ਤਰ੍ਹਾਂ ਪੈਂਦੇ ਖਾਂ ਆਇਓ ਤਬੈ ਜੁਤ ਸਿਪਰ ਕਿਰਪਾਨ। ਢਾਲ ਉਹਨੇ ਸਜਾਈ ਹੋਈ, ਢਾਲ ਤਲਵਾਰ ਸਜਾਈ ਹੋਈ ਤੇ ਪੈਂਦੇ ਖਾਨ ਵੀ ਪਹੁੰਚਿਆ ਹੈ। ਪਗ ਪੰਕਜ ਪਰ ਸਿਰ ਧਰਿਓ ਭਿਖ ਆਨੰਦ ਠਾਨਾ। ਔਰ ਇਸ ਤਰ੍ਹਾਂ ਬੜਾ ਮਨ ਉਹਦਾ ਖੁਸ਼ੀ ਮਹਿਸੂਸ ਕਰ ਰਿਹਾ ਮਹਾਰਾਜ ਦੇ ਚਰਨ ਕਮਲਾਂ ਤੇ ਉਹਨੇ ਸਿਰ ਰੱਖਿਆ। ਉਸਲ ਪ੍ਰਸੰਨ ਸਤਿਗੁਰ ਕਰਿਓ ਕਰ ਜੋਰ ਬਖਾਨਾ। ਮਹਾਰਾਜ ਜੀ ਨੇ ਪੁੱਛਿਆ ਵੀ ਸੁਣਾ ਪੈਂਦੇ ਖਾਂ ਠੀਕ ਠਾਕ ਹੈ, ਚੜ੍ਹਦੀ ਕਲਾ ਚ? ਉਹਨੇ ਹੱਥ ਜੋੜ ਕੇ ਕਿਹਾ ਮੈਂ ਰਾਵਰ ਕੀ ਕਿਰਪਾ ਤੇ ਸਦ ਹੀ ਸੁਖ ਸਾਨਾ। ਆਖਿਆ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਸਦਕਾ ਮੈਂ ਸਦਾ ਹੀ ਖੁਸ਼ ਹਾਂ, ਮੈਂ ਸਦਾ ਹੀ ਸੁਖੀ ਹਾਂ। ਸੰਗਰ ਪਇਓ ਬਿਲੰਦ ਹੀ ਨੈ ਮੋਹਿ ਬੁਲਾਵਾ। ਮਹਾਰਾਜ ਸੱਚੇ ਪਾਤਸ਼ਾਹ ਬੜਾ ਵੱਡਾ ਯੁੱਧ ਹੋਇਆ, 35,000 ਸੈਨਿਕ ਤੁਹਾਡੇ ਸਿੱਖਾਂ ਦੇ ਖੰਡੇ ਨਾਲ, ਤੁਹਾਡੇ ਖੰਡੇ ਨਾਲ ਢੇਰ ਹੋਏ, ਪਰ ਮਹਾਰਾਜ ਮੈਨੂੰ ਤੁਸੀਂ ਸੇਵਾ ਦਾ ਮੌਕਾ ਨਹੀਂ ਦਿੱਤਾ, ਮੈਨੂੰ ਨਹੀਂ ਬੁਲਾਇਆ। ਮੈਂ ਆਇਓ ਤਬ ਕਾਜ ਤੈ ਨਿਸਫਲਤਾ ਪਾਵਾ। ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪਣਾ ਬਲ ਨਿਸਫਲ ਸਮਝਦਾ, ਆਪਣੀ ਸ਼ਕਤੀ, ਆਪਣਾ ਸਰੀਰਕ ਬਲ। ਮਨ ਵਿੱਚ ਥੋੜੀ ਹਉਮੈ ਤੇ ਹੈ ਤੇ ਮੇਰੇ 'ਚ ਬਲ ਬੜਾ ਹੈ, ਮੇਰੇ 'ਚ ਤਾਕਤ ਬੜੀ ਹੈ। ਤੇ ਮਹਾਰਾਜ ਬਾਣੀ 'ਚ ਕਹਿੰਦੇ ਨੇ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਇਹ ਜਿਹੜੀ ਹਉਮੈ ਦੀ ਕਣੀ ਹੈ ਨਾ, ਹਉਮੈ ਦਾ ਬੀਜ ਹੈ, ਪਤਾ ਨਹੀਂ ਕਦੋਂ ਹਉਮੈ ਦਾ ਕੰਡਿਆਂ ਵਾਲਾ ਦਰਖਤ ਬਣ ਜਾਏ। ਇਸ ਲਈ ਇਹਨੂੰ ਜੜੋਂ ਹੀ ਵੱਢਣਾ ਚਾਹੀਦਾ ਤੇ ਜੜੋਂ ਵੱਢਣ ਲਈ ਹਥਿਆਰ ਹੋਰ ਕੋਈ ਨਹੀਂ, ਹਉਮੈ ਨਾਮੈ ਨਾਲ ਵਿਰੋਧ ਹੈ। ਦੋਏ ਨਾ ਵਸੈ ਇਕ ਠਾਏ, ਨਾਮ ਜਪਣ ਲੱਗ ਪਓ ਫਿਰ ਹਉਮੈ ਹਿਰਦੇ 'ਚ ਵਸ ਨਹੀਂ ਸਕਦੀ। ਦੋਏ ਵਿਰੋਧੀ ਨੇ ਇੱਕ ਦੂਜੇ, ਜਿਵੇਂ ਇੱਕ ਦੂਜੇ ਦੇ ਵਿਰੋਧੀ ਰਹਿ ਨਹੀਂ ਨਾ ਸਕਦੇ। ਕਈ ਵਾਰੀ ਮਜਬੂਰੀ ਵਿੱਚ ਬੰਦੇ ਤਾਂ ਰਹਿ ਜਾਂਦੇ ਨੇ, ਹੈ ਤੇ ਅੰਦਰੋਂ ਵਿਰੋਧੀ ਪਰ ਬਾਹਰੋਂ ਨਾਲ ਰਹਿੰਦੇ ਹੋਏ ਦਿਖਾਈ ਪੈਂਦੇ, ਤੇ ਇੰਝ ਲੱਗਦਾ ਵੀ ਜਿਵੇਂ ਵਿਰੋਧ ਨਹੀਂ। ਵਿਰੋਧ ਦੀ ਜਵਾਲਾ ਅੰਦਰ ਹੁੰਦੀ ਹੈ, ਉਹ ਕਿਸੇ ਵੇਲੇ ਵੀ ਜਵਾਲਾਮੁਖੀ ਬਣ ਕੇ ਫਟ ਪੈਂਦੀ। ਇਸ ਲਈ ਜਵਾਲਾਮੁਖੀ ਨੂੰ ਖਤਮ ਕਰਨ ਲਈ ਫਟ ਨਾ ਪਵੇ, ਇਹਦਾ ਹਉਮੈ ਦਾ ਵਿਰੋਧੀ ਨਾਮ ਨਾਲ ਬਿਠਾ ਦਿਓ, ਫਿਰ ਨਾਮ ਦੇ ਬਲ ਤੋਂ ਇਹ ਭੱਜ ਜਾਂਦੀ ਹੈ। ਮਹਾਰਾਜ ਜੀ ਦਾ ਬਚਨ ਹੈ ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ। ਮਾਣ ਦਾ ਉਲਟਾ ਕਰੀਏ ਤੇ ਨਾਮ ਹੋ ਜਾਂਦਾ। ਭਾਵ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਅੱਖਰਾਂ ਨਾਲ ਮਾਣ ਲਿਖਿਆ ਜਾਂਦਾ ਉਹਦੇ ਵਿੱਚ ਹੀ ਦਾਰੂ ਹੈ, ਬਦਲ ਦਿਓ। ਮੰਮੇ ਦੀ ਜਗ੍ਹਾ ਨੰਨਾ ਪਹਿਲੇ ਕਰ ਦਿਓ, ਨਾਮ ਬਣਾ ਦਿਓ ਤੇ ਦਾਰੂ ਬਣ ਗਿਆ। ਜੋ ਜ਼ਹਿਰ ਹਲਾ ਹਲ ਹੈ वही अमृत है नादान, मालूम नहीं तुझको अंदाज है पीने के। बस कुछ अखर अगे पिछे करन नाल सेंटेंस बदल जाता है, शब्द बदल जाता है, भाव बदल जाता है। इसे तरह मान नूं पहले अखर नाल बदल लो, नाम हो जाएगा। दारू विचों निकल आया, वही दारू बन गया। इस तरह ये विरोधी होने करके नाम वाले थां टिक नहीं सकता, पर ये अंदर वाले बीज हैगा है। इसने कहा महाराज मेरा फिर बल तो निष्फल ही हो गया, मैनू इन्ना शरीर बनाने की की लोड़ है जे तुसी बुलाना ही नहीं सी। सुन सतगुर धीरज दई पुण जंग मचैगो। महाराज सच्चे पातशाह कहन लगे कोई गल नहीं पैंदे खान, अजे जंग होर होना है, तू काला ना पै। महाराज जी के नाम बुलाउण दा कारण तो सतगुरु ही जानते हैं, पर मेरा मन ये गल कहता है, विचार मन में आउंदा है भी सतगुरु जी ने इसलिए नहीं बुलाया भी पैंदे खां किते ही ना समझ ले भी मेरे बिना कोई जंग जितया ही नहीं जा सकता। बड़े ऐसे मूर्ख लोग ने जिहड़े कहंदे ने मैं हैगा
ਤਾਂ ਮੇਰਾ ਪਿੰਡ ਵਸਦਾ ਹੈ। ਤੇ ਕਈ ਤਾਂ ਇੱਥੋਂ ਤੱਕ ਕਹਿੰਦੇ ਨੇ ਮੈਂ ਹੈਗਾ ਤਾਂ ਗੁਰਦੁਆਰਾ ਚੱਲਦਾ। ਇਹਨੂੰ ਕੋਈ ਦੱਸੇ ਮੂਰਖਾ, ਤੂੰ ਮਰ ਕੇ ਵੇਖ, ਪਿੰਡ ਵੀ ਚੱਲਦਾ ਰਹਿਣਾ, ਗੁਰਦੁਆਰਾ ਵੀ ਚੱਲਦਾ ਰਹਿਣਾ। ਜਦੋਂ ਤੂੰ ਨਹੀਂ ਸੀ ਜੰਮਿਆ ਉਦੋਂ ਵੀ ਚੱਲਦਾ ਸੀ, ਹੁਣ ਵੀ ਚੱਲਦਾ, ਤੇਰੇ ਬਾਅਦ ਵੀ ਚੱਲਦਾ ਰਹਿ। ਤੂੰ ਮਰ ਕੇ ਤਾਂ ਦੇਖ। ਪਰ ਹਉਮੈ ਬੜੀ ਹੋਈ, ਮੈਂ ਕਰਦਾ, ਮੈਂ ਕੀਤਾ, ਮੈਂ ਕੀਤਾ, ਮੈਂ ਕੀਤਾ। ਜੇ ਇੱਥੇ ਬੰਦਾ ਇਹ ਕਹਿਣ ਲੱਗ ਪਏ ਨਾ ਬਈ ਗੁਰੂ ਸਾਹਿਬ ਨੇ ਤਰੁੱਠ ਕੇ ਮੇਰੇ ਕੋਲੋਂ ਕਰਵਾ ਲਿਆ, ਤੇ ਫਿਰ ਭਗਤੀ ਬਣ ਜਾਏਗੀ, ਫਿਰ ਨਾਮ ਬਣ ਜਾਏਗਾ, ਤੇ ਮੈਂ ਕੀਤਾ ਫਿਰ ਹਉਮੈ ਬਣ ਜਾਏਗੀ। ਇਸ ਲਈ ਕਹਿਣ ਲੱਗਾ ਵੀ ਮੇਰਾ ਇੰਨਾ ਸਰੀਰ ਤਾਕਤ ਵਾਲਾ ਹੈ, ਤੁਸੀਂ ਮੈਨੂੰ ਬੁਲਾਇਆ ਹੀ ਨਹੀਂ। ਮਹਾਰਾਜ ਕਹਿਣ ਲੱਗੇ ਚਿੰਤਾ ਨਾ ਕਰ, ਧੀਰਜ ਰੱਖ, ਪੁਣ ਜੰਗ ਮਚੈਗੋ, फिर जंग होवेगा। दसा काम तू आए है रज श्रोण रचैगो। उदे तू ही काम आ जाएगा, खून धरती दी गर्द विच मिलेगा, भाव खून दा गारा बन जाएगा, धरती दा खून विच पै के। मूसा न होयो खान तब न बोल सकंता। जदों महाराज ने यह कहा भी अजय जंग मचना है, बड़ा खून वगेगा, धरती गारा बन जाएगी, गर्दा धरती का, ते फिर ये साह सुक गए, चुप कर गया, बोल कुछ नहीं सकिया। अगों कोई जवाब ना आया, फिर नहीं कहा भी महाराज मेरा बल उदों कम आ जाए। यही गल होती है, हौमे वाला पहले बहुत बड़का मारदा, फिर बिरकदा भी नहीं। पहले बड़े उच्चे उच्चे बोल बोलेगा, मैं कर देना, मैं कर देना, ते मुड़ के घिग्गी बंद हो जाती, फिर बोल नहीं निकलता, आवाज ही नहीं निकलती। इस तरह दे नाल फिर बोल ना सकिया। सभा परी उडगन मनो गुर चंद सुबंता। और इस तरह दे नाल सभा भरी हुई है, जिवें रात नितरी हुई तारियां नाल भरी हुंदी है, ते गुरु पातशाह विच चंद्रमे दी तरह शोभा पा रहे हैं। सुन गुर आगमन को टिग टिग पुर ग्राम। जिन्ने नेड़े नेड़े नगर ने ना, जदों उन्होंने पता लग्या भी महाराज गुरु हरगोबिंद साहब जी पधारे हुए हैं, करतारपुर साहब आए ने, ते वो फिर देर नहीं करते, कोई पता नहीं महाराज किते अगे प्रस्थान कर जान। घर विच गंगा है, ब्रह्म ज्ञान की धारा, ते जाके चुला लै लईए, स्नान कर ले, भाव दर्शन कर लईए। तलावत पहुंचत पिक्यो दर्शन अबरामू। ये झटपट सारे नगरां दे लोग आ रहे हैं, ते महाराज जी दे वड्डे महिमामयी सतगुरु जी दा दीदार कर रहे हैं। हर पह अनक अकोर को गण बंधन ठाना। अनेक तरह दियां पेटावां ने, बहुत कीमती भी ने, दरम्यानी कीमत दियां भी, थोड़ी कीमत दियां। तुसी देख लो, महान माता भाग भरी एक खद्दर दा रेजा उन्हें कत के रखिया सी, जो बाजार च आम ही मिल जाता है, कोई बहुत कीमती नहीं सी, भी बड़ा पशमीना सी, बड़ा महंगा सी, मामूली कीमत दा नहीं कर दी। महाराज मेरे को आया नहीं जाना, पहुंचा नहीं जाना, ये चोला मैं थोड़ा रखिया है, ते कृपा करके मंगा लो। ते बाहर दरवाजा खड़किया, ते पूछया कौन है, ते गुरु हरगोबिंद साहब कहन लगे सानू नवा चोला चाहिदा सी, ते तुसां जे बना के रखे होए ते सानू दे दिओ, चोला लैण आए। गुरु सारी खेड आप बना लैंदा, आप कृपा कर लैंदा। भावें मामूली तो मामूली भेटा भी कोई लैके आवे तो महाराज हथ करके लै लेंगे, कहते लियाओ जो लियाए हो। तुहानू तो पता ही है, एक घाई घाह खोतरन वाला एक टका ते घाह लैके आया, ते भुलेखे नाल शाहजहान दे अगे रख बैठा, जहांगीर दे अगे रख बैठा, ते अरदास करन लग पिया, महाराज बख्श लो, अग्गा सवार दिओ। ते जहांगीर कहन लगा भाई तू सिख लगदा है। आख्या हाँ महाराज मैं तुहाडा सिख हाँ।
ਉਹ ਜਹਾਂਗੀਰ ਨੂੰ ਗੁਰੂ ਹਰਗੋਬਿੰਦ ਸਾਹਿਬ ਸਮਝ ਰਿਹਾ ਸੀ। ਅੱਖਾਂ ਵਿੱਚ ਆਂਸੂ ਵਗ ਰਹੇ, ਗਲ ਪੱਲਾ ਪਾਇਆ ਹੋਇਆ, ਅੱਗੇ ਬਾਹ ਫੜ ਲਿਓ, ਮੈਂ ਦੇਣ ਜੋਗਾ ਕੁਝ ਨਹੀਂ। ਤੇ ਜਹਾਂਗੀਰ ਨੇ ਕਿਹਾ, ਉਹ ਮੈਂ ਨਹੀਂ ਆ, ਮੈਂ ਦੁਨਿਆਵੀ ਬਾਦਸ਼ਾਹ ਹਾਂ। ਜਿਹਨੂੰ ਤੂੰ ਸੱਚਾ ਪਾਤਸ਼ਾਹ ਕਹਿ ਰਿਹਾ, ਉਹ ਨਾਲ ਦੇ ਖੇਮੇ ਵਿੱਚ, ਉੱਥੇ ਲੈ ਜਾਓ ਇਸ ਨੂੰ। ਉਸਨੇ ਝਟਪਟ ਅਥਰੂ ਪੂੰਝ ਲਏ ਤੇ ਜਿਹੜਾ ਘਾਹ ਥੱਲੇ ਰੱਖਿਆ ਸੀ ਉਹ ਆਪਣੇ ਸਾਫੇ 'ਚ ਲਪੇਟ ਲਿਆ, ਜਿਹੜਾ ਨਾਲ ਉਹਦੇ ਕੱਪੜਾ ਸੀ ਜਿਹਦੇ 'ਚ ਬੰਨ੍ਹ ਕੇ ਲਿਆਇਆ ਸੀ, ਤੇ ਟਕਾ ਵੀ ਅੱਗੋਂ ਚੁੱਕ ਲਿਆ ਤੇ ਉੱਚੀ ਉੱਚੀ ਕਹਿਣ ਲੱਗ ਪਿਆ, ਮਹਾਰਾਜ ਮੈਂ ਭੁੱਲ ਗਿਆ, ਤੁਹਾਨੂੰ ਸਮਝ ਕੇ ਦੁਨਿਆਵੀ ਬਾਦਸ਼ਾਹ ਕੋਲ ਚਲਾ ਗਿਆ। ਮੈਂ ਦੁਨਿਆਵੀ ਬਾਦਸ਼ਾਹ ਕੋਲੋਂ ਕੀ ਲੈਣਾ ਹੈ, ਮੈਂ ਤਾਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਆਇਆ। ਤੇ ਮਹਾਰਾਜ ਨੇ ਉਹਦਾ ਘਾਹ ਵੀ ਪ੍ਰਵਾਨ ਕਰ ਲਿਆ। ਇਸ ਢੰਗ ਦੇ ਨਾਲ ਮਹਾਰਾਜ ਗਰੀਬ ਨੂੰ ਵੀ ਗੱਲ ਨਾਲ ਲਾ ਲੈਂਦੇ, ਤਾਂ ਹੀ ਗਰੀਬ ਨਵਾਜ਼ ਨਾ। ਕੋਈ ਵੱਡੀ ਭੇਟਾ, ਕੋਈ ਛੋਟੀ ਭੇਟਾ ਲਿਆ ਰਹੇ ਨੇ ਤੇ ਮਹਾਰਾਜ ਸਭ ਦੀਆਂ ਪ੍ਰਵਾਨ ਕਰ ਰਹੇ ਹਨ। ਹੁਰੀਅਤ ਹੈ ਗਨ ਕਾਮਨਾ, ਸੁਖ ਹੋਏ ਮਹਾਨਾ। ਮਹਾਰਾਜ ਸੱਚੇ ਪਾਤਸ਼ਾਹ ਸਭ ਦੀਆਂ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਦੇ ਜਾ ਰਹੇ ਤੇ ਵੱਡੇ ਸੁੱਖ ਝੋਲੀ 'ਚ ਪਾ ਰਹੇ ਹਨ। ਔਰ ਅੱਜ ਵੀ ਮਹਾਰਾਜ ਇਹੀ ਕਰ ਰਹੇ ਹਨ। ਕਿਰਪਾ ਦ੍ਰਿਸ਼ਟ ਸਭ ਪਰ ਕਰੈ, ਹੋਏ ਧਨੀ ਕੇ ਰੰਕਾ। ਭਾਵੇਂ ਕੋਈ ਵੇਖੋ ਬਚਨ ਵੀ ਆ ਗਏ, ਭਾਵੇਂ ਕੋਈ ਧਨੀ ਹੈ, ਕੋਈ ਜਿਹੜਾ ਨਿਰਧਨ ਹੈ, ਸਭ ਤੇ ਕਿਰਪਾ ਦ੍ਰਿਸ਼ਟੀ ਕਰ ਰਹੇ ਹਨ। ਮਨ ਹੋ ਚਕੋਰਨ ਆਨੰਦ ਦੇ, ਰਿਤ ਸਰਦ ਪ੍ਰਿਯੰਮਯੰਕਾ। ਜਿਹੜੇ ਸਿੱਖ ਨੇ ਉਹਨਾਂ ਦੇ ਹਿਰਦੇ ਚਕੋਰ ਦੀ ਤਰ੍ਹਾਂ ਨੇ, ਤੇ ਜਿਵੇਂ ਪੂਰਨ ਮਾਸੀ ਚੰਦਰਮਾ ਜਿਹੜਾ ਸਰਦ ਰੁੱਤ ਦੀ ਪੂਰਨਮਾਸੀ ਦਾ, ਉਹ ਚਕੋਰ ਦੇਖ ਕੇ ਆਨੰਦਿਤ ਹੁੰਦੇ ਹਨ, ਇਸ ਤਰ੍ਹਾਂ ਸਿੱਖ ਸੰਗਤਾਂ ਮਹਾਰਾਜ ਦਾ ਦੀਦਾਰ ਕਰਕੇ ਆਨੰਦਿਤ ਹੋ ਰਹੀਆਂ ਹਨ। ਲਿਆ ਬਨ ਕੀ ਬਾਰਤਾ, ਪੁਰ ਜਨਨ ਸੁਨਾਈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਆਪ, ਸੰਗਤਾਂ ਪੁੱਛਦੀਆਂ ਨੇ ਵੀ ਘੋੜੇ ਬਿਧੀ ਚੰਦ ਕਿਵੇਂ ਲਿਆਇਆ। ਮਾਤਾ ਮਰਵਾਹੀ ਜੀ ਨੇ ਵੀ ਪੁੱਛਿਆ ਸੀ, ਮਾਤਾ ਨਾਨਕੀ ਜੀਆਂ ਨੇ ਵੀ ਪੁੱਛਿਆ ਸੀ ਵੀ ਕਿਵੇਂ ਘੋੜੇ ਲਿਆਂਦੇ। ਇਹ ਤਾਂ ਬੜਾ ਵੱਡਾ ਕ੍ਰਿਸ਼ਮਾ ਵਾਪਰਿਆ। ਮਹਾਰਾਜ ਆਪ ਸੁਣਾਉਂਦੇ ਨੇ ਵੀ ਇਸ ਤਰ੍ਹਾਂ ਸਾਡਾ ਬਿਧੀ ਚੰਦ ਘੋੜੇ ਲਿਆਇਆ। ਨਾਲ ਮਹਾਰਾਜ ਬਾਰ-ਬਾਰ ਸਾਡਾ ਬਿਧੀ ਚੰਦ ਵੀ ਕਹਿੰਦੇ, ਨਿਵਾਜ਼ਦੇ ਨੇ, ਗੱਲ ਨਾਲ ਲਾ ਲੈਂਦੇ ਨੇ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ। ਮਹਾਰਾਜ ਸੱਚੇ ਪਾਤਸ਼ਾਹ ਆਪ ਸੁਣਾਉਂਦੇ ਹਨ, ਬਿਧੀ ਚੰਦ ਕੇ ਗੁਣ ਕਥੇ, ਸੁਨ ਸਭ ਬਿਸਮਾਈ। ਬਹਾਦਰ ਬਾਬਾ ਬਿਧੀ ਚੰਦ ਜੀ ਦੇ ਗੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਸੁਣਾਉਂਦੇ ਹਨ ਤੇ ਸਭ ਸੰਗਤਾਂ ਸੁਣ ਸੁਣ ਕੇ ਵਿਸਮਾਦਿਤ ਹੁੰਦੀਆਂ ਹਨ। ਉਹ ਨਰਪਿਕ ਹੈ ਤੁਰੰਗ ਕੋ, ਗੁਣ ਗਣ ਜਿਸ ਭਾਖੇ। ਔਰ ਇਸ ਤਰ੍ਹਾਂ ਦੇ ਨਾਲ ਕੁਝ ਸੱਜਣ ਸੰਗਤਾਂ ਉਸ ਘੋੜੇ ਦਾ ਵੀ ਦਰਸ਼ਨ ਕਰਦੀਆਂ ਨੇ। ਵੇ ਇੰਨਾ ਵੱਡਾ ਉੱਚਾ ਘੋੜਾ ਜਿਹੜਾ ਜਿਸ ਦਾ ਨਾਮ ਜਾਨ ਭਾਈ ਹੈ, ਮਹਾਰਾਜ ਜੀ ਨੇ ਰੱਖਿਆ ਹੋਇਆ। ਉਚਿਤ ਹੁਤੋ ਸਤਿਗੁਰੂ ਕੇ ਆਇਓ ਅਬਲਾਖੇ। ਸਾਰੇ ਕਹਿੰਦੇ ਨੇ ਵੀ ਇਹ ਘੋੜਾ ਤਾਂ ਬਣਿਆ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ। ਮਾੜਾ ਮੋਟਾ ਘੋੜਾ ਤਾਂ 15 ਮਿੰਟ ਨਹੀਂ ਸੀ ਚੱਲ ਸਕਦਾ। ਮਹਾਰਾਜ ਜੀ ਦਾ ਭਾਰਾ ਦੋਹਰਾ ਪਾਵਨ ਪਵਿੱਤਰ ਵਜੂਦ ਸੀ। ਆਖਦੇ ਨੇ ਘੋੜਾ ਤਾਂ ਬਣਿਆ ਹੀ ਮਹਾਰਾਜ ਵਾਸਤੇ ਹੈ। ਚਾਰੋ ਪੁੱਤਰ ਸਮੇਤ ਗੁਰ ਅਸ ਉਪਮਾ ਪਾਈ। ਚਾਰੇ ਸਾਹਿਬਜ਼ਾਦੇ ਮਹਾਰਾਜ ਜੀ ਦੇ ਬਹੁਤ ਸੋਹਣੀ ਮਹਿਮਾ ਬਣ ਰਹੀ ਹੈ। ਮੂਰਤ ਜਨ ਬੇਦਨ ਧਰੀ, ਬਿਦ ਨਿਕਟ ਸੁਹਾਈ। ਇਸ ਤਰ੍ਹਾਂ ਲੱਗਦਾ ਵੀ ਚਾਰ ਵੇਦ ਗਿਆਨ ਸਰੂਪ ਹੋ ਕੇ ਮਹਾਰਾਜ ਦੇ ਘਰ ਸਾਹਿਬਜ਼ਾਦੇ ਬਣ ਕੇ ਆਏ ਹੋਏ ਹਨ। ਬਹੁਤ ਵੱਡੀ ਉਪਮਾ ਹੈ। ਜਾਮ ਦਿਵਸ ਕੇ ਚੜੇ ਲਗ, ਵਿੱਚ ਸਭਾ ਥਿਰੇ ਹੈ। ਔਰ ਇਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਜੀ ਲਿਖਦੇ ਨੇ, ਮੂਰਤ ਜਨ ਬੇਦਨ ਧਰੀ, ਬਿਦ ਨਿਕਟ ਸੁਹਾਈ। ਜਾਮ ਦਿਵਸ ਕੇ ਚੜੇ ਲਗ, ਵਿੱਚ ਸਭਾ ਥਿਰੇ ਹੈ। ਫਿਰ ਦਿਨ ਜਿਹੜਾ ਸੀ ਇੱਕ ਪਹਿਰ ਚੜ ਗਿਆ ਸਵੇਰ ਦਾ, ਕੋਈ 9 ਵੱਜ ਗਏ ਤੇ ਮਹਾਰਾਜ ਸਭਾ ਵਿੱਚ ਦੀਵਾਨ ਵਿੱਚ ਬਿਰਾਜੇ ਹੋਏ ਹਨ। ਜਥਾ ਮਨੋਰਥ ਜਿਨ ਧਰੇ, ਤਿਮ ਪੂਰਨ ਕਰੇ ਹੈ। ਜਿਸ ਤਰ੍ਹਾਂ ਸੰਗਤਾਂ ਦੀਆਂ ਭਾਵਨਾਵਾਂ ਹਨ ਮਹਾਰਾਜ ਪੂਰੀਆਂ ਕਰ ਰਹੇ ਹਨ। ਅਤ ਆਨੰਦ ਉਤ ਸਭ ਕਰਿਓ, ਪੰਚਾਮ੍ਰਿਤ ਆਏ। ਇਸ ਤਰ੍ਹਾਂ ਫਿਰ ਆਨੰਦ ਸਾਹਿਬ ਜੀ ਦਾ ਪਾਠ ਹੋਇਆ। ਅਤ ਆਨੰਦ
ਉਤਸਵ ਕਰਿਓ। ਆਨੰਦ ਸਾਹਿਬ ਜੀ ਦਾ ਪਾਠ ਹੋਇਆ, ਬੜਾ ਆਨੰਦ ਬਰਸਿਆ ਤੇ ਬਹੁਤ ਵੱਡਾ ਸਮਾਗਮ ਹੋਇਆ। ਫਿਰ ਕੜਾਹ ਪ੍ਰਸਾਦ ਦੀ ਦੇਗ ਆਈ। ਹੋਤ ਪਈ ਅਰਦਾਸ ਤਬ ਸਭ ਮਹਿ ਵਰਤਾਏ। ਆਨੰਦ ਸਾਹਿਬ ਜੀ ਦਾ ਪਾਠ ਕਰਕੇ ਫਿਰ ਅਰਦਾਸ ਹੋਈ। ਮਰਿਆਦਾ 'ਚ ਕੋਈ ਬਦਲਾਅ ਨਹੀਂ, ਅੱਜ ਵੀ ਇਹੀ ਹੁੰਦਾ। ਕੜਾਹ ਪ੍ਰਸਾਦ ਦੀ ਦੇਗ ਤਿਆਰ ਕਰਕੇ ਫਿਰ ਆਨੰਦ ਸਾਹਿਬ ਜੀ ਦਾ ਪਾਠ ਹੁੰਦਾ ਹੈ, ਫਿਰ ਅਰਦਾਸ ਹੁੰਦੀ ਹੈ। ਪੁਰਾਤਨ ਸਮੇਂ ਤੋਂ ਇਹੀ ਪ੍ਰਥਾ ਚੱਲਦੀ ਆ ਰਹੀ ਹੈ। ਔਰ ਉਠੇ ਅੰਤਰ ਗਏ ਸਭ ਪੁੱਤਰ ਸਮੇਤਾ। ਔਰ ਇਸ ਤਰ੍ਹਾਂ ਨਾਲ ਫਿਰ ਅਰਦਾਸ ਹੋਈ, ਫਿਰ ਕੜਾਹ ਪ੍ਰਸਾਦ ਦਾ ਦੇਗ ਵਰਤੀ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਾਹਿਬਜ਼ਾਦਿਆਂ ਸਮੇਤ ਬੈਠੇ ਬੜੇ ਪ੍ਰਿਅੰਕ ਪਰ ਜੋ ਰੁਚਿਰ ਨਿਕੇਤਾ। ਦੀਵਾਨ ਵਿੱਚੋਂ ਉੱਠ ਕੇ ਦਰਸ਼ਨ ਦਿਦਾਰੇ ਦੇ ਕੇ ਤੇ ਮਹਿਲ ਵਿੱਚ ਆ ਗਏ। ਬਹੁਤ ਸੋਹਣਾ ਪਲੰਗ ਮਹਾਰਾਜ ਜੀ ਦਾ ਸੋਹਣਾ ਬਣਿਆ ਹੋਇਆ ਹੈ ਘਰ ਵਿਖੇ। ਆਏ ਮਰਵਾਹੀ ਨਾਨਕੀ ਸੇਵਾ ਮਹਿ ਲਾਗੀ। ਤੇ ਧੰਨ ਧੰਨ ਮਾਤਾ ਮਰਵਾਹੀ ਜੀ, ਮਾਤਾ ਨਾਨਕੀ ਜੀ ਗੁਰੂ ਸਾਹਿਬ ਜੀ ਦੇ ਮਹਿਲ ਨੇ। ਉਹ ਦੋਵੇਂ ਆਏ ਹਨ, ਸੇਵਾ 'ਚ ਲੱਗ ਗਏ। ਦਾਸੀ ਦਈ ਹਟਾਏ ਸਭ ਅਤ ਸਹਿ ਅਨੁਰਾਗੀ। ਮਾਤਾਵਾਂ ਦੀਆਂ ਜਿਹੜੀਆਂ ਸੇਵਕਾਵਾਂ ਨਾਲ ਹਨ, ਉਹਨਾਂ ਨੂੰ ਕਿਹਾ ਹੁਣ ਤੁਸੀਂ ਹਟ ਜਾਓ ਤੇ ਅਸੀਂ ਸੇਵਾ ਕਰਨੀ ਹੈ। ਹਾਲ ਪਰੋਸਿਓ ਆਪ ਹੀ ਬਿਦ ਬਿਬਦ ਆਹਾਰਾ। ਬਹੁਤ ਸੋਹਣਾ ਥਾਲ ਮਾਤਾਵਾਂ ਨੇ ਪਰੋਸਿਆ, ਤਰ੍ਹਾਂ ਤਰ੍ਹਾਂ ਦੇ ਵਿੱਚ ਆਹਾਰ ਭੋਜਨ ਹਾਦਾ। ਚੰਦਨ ਚੌਕੀ ਪਰ ਤਰਿਓ ਚਤੁਰਈ ਸੁਧਾਰਾ। ਮਹਾਰਾਜ ਸੱਚੇ ਪਾਤਸ਼ਾਹ ਪਲੰਗ ਤੇ ਬਿਰਾਜੇ ਹੋਏ ਨੇ ਤੇ ਸਾਹਮਣੇ ਚੰਦਨ ਦੀ ਚੌਂਕੀ ਰੱਖ ਦਿੱਤੀ ਹੈ ਪਲੰਗ ਦੇ ਉੱਤੇ, ਤਾਂ ਕਿ ਜਿਹੜਾ ਥਾਲ ਹੈ ਨਾ ਉਹ ਸਾਹਮਣੇ ਤਕਰੀਬਨ ਬਰਾਬਰ ਉਦਰਦੇ ਹੋ ਜਾਏ ਤੇ ਥੱਲਿਓਂ ਦਾਲ ਆਦਿਕ ਲੈਂਦਿਆਂ ਹੋਇਆਂ ਬਸਤਰਾਂ ਤੇ ਨਾ ਗਿਰ ਜਾਏ। ਫਿਰ ਸੋਹਣਾ ਬਸਤਰ ਵੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਤੇ ਗੋਡਿਆਂ ਤੇ ਪਾ ਦਿੱਤਾ ਗਿਆ। ਇਸ ਤਰ੍ਹਾਂ ਚੰਦਨ ਦੀ ਚੌਂਕੀ ਤੇ ਸੋਹਣਾ ਥਾਲ ਰੱਖ ਦਿੱਤਾ, ਕਿਸੇ ਕੀਮਤੀ ਧਾਤੂ ਦਾ ਬਣਿਆ। ਕਿਹੜੀ ਧਾਤੂ ਦਾ ਬਣਿਆ ਸਰਵਣ ਕਰੀਏ। ਚਾਮੀ ਕਰਕੇ ਪ੍ਰਾਤੀ ਸਭ ਸੋਬਤ ਧਰ ਆਏ। ਭਾਈ ਸਾਹਿਬ ਕਹਿੰਦੇ ਨੇ ਸਾਰੇ ਹੀ ਬਰਤਨ ਚਾਮੀ ਕਰ ਸੋਨੇ ਨੂੰ ਕਹਿੰਦੇ, ਸੋਨੇ ਦੇ ਬਣੇ ਹੋਏ ਹਨ। ਚਾਮੀ ਕਰਕੇ ਪਾਤਰ ਸਭ, ਪਾਤਰ ਦਾ ਮਤਲਬ ਭਾਂਡਾ, ਸੋਭਤ ਧਾਰਾ ਅੱਗੇ ਬੜੇ ਸੋਹਣੇ ਲੱਗ ਰਹੇ ਹਨ। ਅਸ਼ਟੀ ਰਸਨ ਕੇ ਅਸਨ ਸੁਭ ਗੁਰ ਅਚਵਣ ਲਾਗੇ। ਬਹੁਤ ਇੰਤਹਾਈ ਸਵਾਦਿਸ਼ਟ ਭੋਜਨ ਮਹਾਰਾਜ ਛਕਣ ਲੱਗ ਪਏ ਹਨ। ਤ੍ਰਿਪਤ ਪਏ ਜਲ ਪਾਨ ਕਰ ਪੁਨ ਪਾਨ ਪਖਾਰੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਭੋਜਨ ਕਰਕੇ ਤ੍ਰਿਪਤ ਹੋਏ ਤੇ ਫਿਰ ਜਲ ਨਾਲ ਹੱਥ ਧੋਤੇ। ਦੇਖੋ ਲੱਗਦਾ ਤੇ ਨਹੀਂ ਹੈ ਬਈ ਲਿਖਿਆ ਹੋਇਆ ਹੈ, ਇੰਜ ਲੱਗਦਾ ਜਿਵੇਂ ਭਾਈ ਸੰਤੋਖ ਸਿੰਘ ਜੀ ਨੇ ਵੀਡੀਓ ਬਣਾ ਦਿੱਤੀ ਹੋਵੇ ਵੀ ਇਸ ਤਰ੍ਹਾਂ ਟਾਵਲ ਜਾਂ ਬਸਤਰ ਵਿਛਾਇਆ ਗਿਆ, ਇਸ ਤਰ੍ਹਾਂ ਚੰਦਨ ਚੌਂਕੀ ਰੱਖੀ ਗਈ, ਫਿਰ ਇਸ ਤਰ੍ਹਾਂ ਸੋਨੇ ਦੇ ਬਰਤਨ ਵਿੱਚ ਥਾਲ ਵਿੱਚ ਖਟ ਰਸ ਭੋਜਨ ਪਾਏ ਗਏ ਤੇ ਫਿਰ ਮਹਾਰਾਜ ਜੀ ਨੇ ਛਕ ਲਿਆ ਤੇ ਫਿਰ ਹੱਥ ਧੋਤੇ। ਹੈ ਨਾ ਵੀਡੀਓ ਬਣੀ ਹੋਈ, ਇਹਨੂੰ ਆਪਾਂ ਨਿਰਾ ਅੱਖਰੀ ਤਾਂ ਨਹੀਂ ਕਹਿ ਸਕਦੇ, ਇਹਦੇ ਵਿੱਚੋਂ ਦੀਦਾਰ ਹੁੰਦਾ ਹੈ। ਤਿਮ ਹੀ ਚਾਰੋਂ ਪੁੱਤਰ ਤੈ ਅਚਲੀਨ ਆਹਾਰੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਭੋਜਨ ਕੀਤਾ, ਫਿਰ ਜਲ ਨਾਲ ਹੱਥ ਧੋਤੇ ਤੇ ਫਿਰ ਇਸ ਤਰ੍ਹਾਂ ਦੇ ਨਾਲ ਚੌਹਾਂ ਸਾਹਿਬਜ਼ਾਦਿਆਂ ਨੇ, 5 ਸਨ, ਬਾਬਾ ਟਲ ਰਾਏ ਜੀ ਪਹਿਲਾਂ ਜੋਤੀ ਜੋਤ ਸਮਾ ਗਏ ਸਨ, ਹੁਣ 4 ਨਾਲ ਹਨ। ਮਰਵਾਹੀ ਅਰ ਨਾਨਕੀ ਲੈ ਕੰਚਨ ਥਾਰਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭੋਜਨ ਕਰ ਲਿਆ, ਸੋਹਣੇ ਬਰਤਨ 'ਚ ਵੱਖਰੇ ਹੱਥ ਧਵਾ ਦਿੱਤੇ ਗਏ ਤੇ ਮਾਤਾ ਮਰਵਾਹੀ ਜੀ ਨੇ ਤੇ ਮਾਤਾ ਨਾਨਕੀ ਜੀ ਦੋਵੇਂ ਗੁਰੂ ਕੀਆਂ ਸੁਪਤਨੀਆਂ, ਗੁਰੂ ਕੇ ਮਹਿਲ ਦੋਹਾਂ ਨੇ ਉਹ ਥਾਲ ਚੁੱਕ ਲਿਆ। ਅਚ ਕਰ ਸੀਤ ਪ੍ਰਸਾਦ ਕੋ ਔਰ ਆਨੰਦ ਧਾਰਾ। ਤੇ ਦੋਹਾਂ ਹੀ ਮਾਤਾਵਾਂ ਨੇ ਗੁਰੂ ਕੇ ਮਹਿਲ, ਮਾਤ ਮਰਵਾਹੀ ਜੀ, ਮਾਤ ਨਾਨਕੀ ਜੀ। ਮਾਤ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ, ਉਹਨਾਂ ਨੇ ਥਾਲ ਚੁੱਕਿਆ ਤੇ ਫਿਰ ਜੋ ਵਿੱਚ ਥਾਲ ਦੇ ਵਧਿਆ ਹੋਇਆ ਸੀ ਉਹ ਦੋਵਾਂ ਨੇ ਕਿਣਕਾ ਕਿਣਕਾ ਲੈ ਲਿਆ। ਸੀਤ ਪ੍ਰਸਾਦ ਪ੍ਰਾਪਤ ਕੀਤਾ ਤੇ ਬਹੁਤ ਆਨੰਦਿਤ ਹੋਏ। ਗੁਰ ਸ੍ਰੀ ਹਰਿ ਗੋਬਿੰਦ ਗੁਰ ਥਿਰ ਹੋਏ ਪ੍ਰਿਅੰਕਾ। ਮਹਿਮਾ ਦੇ ਮਾਲਕ, ਮੇਰੀਆਂ ਪੇਰੀਆਂ ਦੇ ਦਾਤੇ, ਸੰਸਾਰ ਨੂੰ ਨਿਰੰਕਾਰ ਦੀ ਸੱਤਾ
ਤਖਤ ਅਕਾਲ ਤਖਤ ਪ੍ਰਦਾਨ ਕਰਨ ਵਾਲੇ ਪਲੰਗ ਤੇ ਬਿਰਾਜੇ ਹਨ। ਓਟ ਗਏ ਬਿਸਰਾਮ ਹਿਤ ਜਿਨ ਜਸ ਅਕਲੰਕਾ। ਐਸੇ ਪਾਤਸ਼ਾਹ ਜਿਨ੍ਹਾਂ ਦਾ ਜਸ ਨਿਰਮਲ ਹੈ, ਬੇਦਾਗ ਹੈ, ਉਹਨਾਂ ਦੀ ਵਡਿਆਈ ਤੇ ਕੋਈ ਦਾਗ ਨਹੀਂ। ਨਿਸ਼ਕਲੰਕ ਚੰਦਰਮੇ ਤੇ ਦਾਗ ਦਿਖਾਈ ਪੈਂਦਾ ਹੈ, ਪਰ ਸਤਿਗੁਰੂ ਜੀ ਦੇ ਜੀਵਨ ਦੇ ਚੋਲੇ ਤੇ ਦਾਗ ਕੋਈ ਨਹੀਂ। ਪਰਉਪਕਾਰ ਹੈ, ਗਰੀਬਾਂ ਨਾਲ ਪਿਆਰ ਹੈ, ਨਿਮਾਣਿਆਂ ਦਾ ਮਾਣ ਨੇ, ਔਰ ਬੇਬਰਕਤੀਆਂ ਦੇ ਘਰ ਬਰਕਤਾਂ ਨਾਲ ਭਰਨ ਵਾਲੇ, ਤੇ ਜਨਮਾਂ ਜਨਮਾਂ ਦੇ ਕੰਗਲਿਆਂ ਨੂੰ ਰਾਜੇ ਬਣਾਉਣ ਵਾਲੇ ਨੇ। ਉਹਨਾਂ ਦਾ ਜਸ ਜਿਹੜਾ ਹੈ ਨਾ, ਉਹ ਬੜਾ ਅਕਲੰਕ ਹੈ, ਕਲੰਕ ਰਹਿਤ ਹੈ, ਨਿਰਮਲ ਹੈ। ਆਪ ਬਿਰਾਜ ਗਏ ਹਨ। ਭਾਈ ਸਪਤਮੀ ਰਾਸ ਅਬ ਪੂਰਨ ਇਸ ਥਾਨਾ। ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ 7ਵੀਂ ਰਾਸ, ਚੌਥੀ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਚੱਲਿਆ, 8ਵੀਂ ਤੱਕ ਚੱਲਦਾ। ਬਹੁਤ ਵੱਡਾ ਇਹ ਜੀਵਨ ਹੈ। 12 ਰਾਸਾਂ ਨੇ, ਜਿਨ੍ਹਾਂ ਵਿੱਚੋਂ ਤੁਸੀਂ ਦੇਖ ਲਓ ਚੌਥੀ ਤੋਂ ਲੈ ਕੇ 8ਵੀਂ ਤੱਕ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਚੱਲਦਾ ਹੈ। ਭਾਈ ਸਾਹਿਬ ਕਹਿੰਦੇ ਨੇ ਇੱਥੇ 7ਵੀਂ ਰਾਸ ਸੰਪੂਰਨ ਹੋਈ ਹੈ। ਤਬ ਸੰਤੋਖ ਸਿੰਘ ਬੰਦਨਾ ਧਰ ਕਰ ਉਰ ਧਿਆਨਾ। ਭਾਈ ਸਾਹਿਬ ਕਹਿੰਦੇ ਨੇ ਇੱਥੇ 7ਵੀਂ ਰਾਸ ਸੰਪੂਰਨ ਹੋਈ ਹੈ, ਤੇ ਮੈਂ ਮਾਮੂਲੀ ਜਿਹਾ ਕਵੀ ਹਾਂ, ਸੰਤੋਖ ਸਿੰਘ। ਬੜਾ ਗੁਰੂ ਕਾ ਜਸ ਲਿਖਿਆ ਭਾਈ ਸਾਹਿਬ ਨੇ, ਜੀਵਨ ਸਫਲ ਹੈ ਉਹਨਾਂ ਦਾ। ਮਹਾਰਾਜ ਨੇ ਆਪ ਕਲਮ ਪਕੜ ਕੇ ਉਹਨਾਂ ਦੇ ਹੱਥੋਂ ਲਿਖਵਾਇਆ, ਆਪਣੀ ਹਰ ਕਥਾ ਲਿਖਵਾਈ, ਆਪਣੇ ਬਾਰੀਕ ਵਿਚਾਰ ਲਿਖਵਾਏ ਹਨ। ਭਾਈ ਸਾਹਿਬ ਨਹੀਂ ਕਹਿੰਦੇ ਵੀ ਮੈਂ ਲਿਖਿਆ, ਭਾਈ ਸਾਹਿਬ ਕਹਿੰਦੇ ਨੇ ਗੁਰੂ ਨੇ ਲਿਖਵਾਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦ ਕਹਿੰਦੇ ਨੇ ਮੈਂ ਤੇ ਨਹੀਂ ਕੁਝ ਕਰ ਰਿਹਾ, ਜੋ ਨਿਜ ਪ੍ਰਭ ਮੋਸੋ ਕਹਾ ਸੋ ਕਹਿਓ ਜਗ ਮਾਹੇ। ਜੋ ਪ੍ਰਭੂ ਨੇ ਆਖਿਆ ਉਹ ਕਹਿੰਦਾ ਪਿਆ। ਤੇ ਭਾਈ ਸਾਹਿਬ ਜੀ ਦੇ ਵੀ ਬੋਲ ਹਨ, ਕਹਿੰਦੇ ਨੇ ਜੋ ਗੁਰੂ ਨੇ ਲਿਖਵਾਇਆ ਉਹ ਲਿਖ ਦਿੱਤਾ। ਤੇ ਹੁਣ ਇੱਥੇ 7ਵੀਂ ਰਾਸ ਸੰਪੂਰਨ ਹੋਈ ਹੈ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਬੰਦਨਾ, ਇਹ ਜਿਹੜਾ ਮਾਮੂਲੀ ਜਿਹਾ ਕਵੀ ਸੰਤੋਖ ਸਿੰਘ ਹੈ, ਇਹ ਕੁਝ ਨੁਸਖਿਆਂ ਵਿੱਚ ਕਰ ਸੰਤੋਖ ਸਿੰਘ ਵੀ ਲਿਖਿਆ ਵੀ ਹੱਥ ਜੋੜ ਕੇ ਬੰਦਨਾ ਕਰਦੇ। ਸੰਤੋਖ ਸਿੰਘ ਬੰਦਨਾ ਧਰ ਕਰ ਔਰ ਧਿਆਨਾ। ਮੈਂ ਜ਼ਮੀਨ ਤੇ ਸਿਰ ਰੱਖ ਕੇ ਇਹ ਮਹਿਸੂਸ ਕਰ ਰਿਹਾ ਕਿ ਮੇਰਾ ਸਿਰ ਗੁਰੂ ਹਰਗੋਬਿੰਦ ਜੀ ਦੇ ਚਰਨਾਂ ਤੇ ਟਿਕਿਆ ਹੋਇਆ। ਇੱਕ ਵਾਰੀ ਆਪ ਵੀ ਭਾਈ ਕਵੀ ਸੰਤੋਖ ਸਿੰਘ ਜੀ ਵਾਂਗੂ ਨੇਤਰ ਬੰਦ ਕਰੋ ਤੇ ਧਿਆਨ ਕਰੋ, ਤੇ ਦੇਖੋ ਧਿਆਨ ਵਿੱਚ ਸਾਡਾ ਸਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਟਿਕਿਆ ਹੋਇਆ ਹੈ। ਤੇ ਚਰਨ ਚੁੰਮਦਿਆਂ ਹੋਇਆ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਗੱਜ ਕੇ ਸਾਰੇ ਆਖੋ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਕਹਿੰਦੇ ਨੇ ਮੈਂ ਬੰਦਨਾ ਕਰਦਾ ਹਾਂ। ਦੋਹਰਾ ਤੀਰ ਵਿਪਾਸਾ ਕੇ ਨਿਕਟ ਸ੍ਰੀ ਬਰਪੁਰ ਕਰਤਾਰ। ਆਪ ਕਹਿੰਦੇ ਨੇ ਬਿਆਸਾ ਦੇ ਕਿਨਾਰੇ। ਵਿਪਾਸਾ ਦਾ ਮਤਲਬ ਜਿਹਦੇ ਵਿੱਚ ਫਾਸ ਖੁੱਲ ਜਾਂਦੀ, ਰੱਸੀ ਖੁੱਲ ਜਾਂਦੀ ਹੈ। ਬਿਆਸ ਅਸੀਂ ਨਾਮ ਉਹਦਾ ਕਹਿੰਦੇ ਹੈ ਵਿਪਾਸਾ, ਅਸੀਂ ਰਾਵੀ ਕਹਿੰਦੇ ਹੈ ਐਰਾਵਤੀ। ਇਸ ਤਰ੍ਹਾਂ ਨਾਮ ਵੱਖ-ਵੱਖ ਨੇ। ਅਸੀਂ ਚਨਾਬ ਕਹਿੰਦੇ ਹੈ ਚੰਦਰਭਾਗਾ। ਇਹ ਵੱਖ-ਵੱਖ ਨਾਮ ਨੇ ਦਰਿਆਵਾਂ ਦੇ। ਤੋਂ ਕਹਿੰਦੇ ਨੇ ਵੀ ਜਿਹੜਾ ਇਹ ਵਿਪਾਸਾ ਦਰਿਆ ਹੈ ਉਸ ਦੇ ਉਰਲੇ ਕਿਨਾਰੇ ਤੇ ਇੱਧਰੋਂ ਜਾਈਏ ਤਾਂ ਪੂਰਬੀ ਕਿਨਾਰੇ ਤੇ ਦਰਿਆ ਤੋਂ ਕੁਝ ਸਮਾਂ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਵਸਿਆ ਹੋਇਆ। ਅੱਗੇ ਫਿਰ ਥੋੜੀ ਦੂਰ ਜਾ ਕੇ ਦਰਿਆ ਆ ਜਾਂਦਾ। ਦਰਿਆ ਜਗ੍ਹਾ ਬਦਲਦੇ ਵੀ ਰਹਿੰਦੇ ਨੇ। ਇਹ ਕੋਈ 300 ਸਾਲ ਪੁਰਾਣਾ ਜ਼ਿਕਰ ਭਾਈ ਸਾਹਿਬ ਕਰ ਰਹੇ ਨੇ। ਦਰਿਆਵਾਂ ਦੀ ਦਿਸ਼ਾ ਤੇ ਦਰਿਆਵਾਂ ਦੇ ਵਾਹਨ ਦੇ ਸਥਾਨ ਬਦਲਦੇ ਰਹਿੰਦੇ, ਕਿਧਰੇ ਦਾ ਕਿਧਰ ਦਰਿਆ ਚਲਾ ਜਾਂਦਾ। ਔਰ ਇਸ ਢੰਗ ਦੇ ਨਾਲ ਉਹ ਦਰਿਆ ਬਿਆਸ ਦੇ ਜਿਹੜੇ ਹੈ ਖੱਬੇ ਕਿਨਾਰੇ ਤੇ ਸ੍ਰੀ ਕਰਤਾਰਪੁਰ ਸਾਹਿਬ ਵਸਿਆ ਹੋਇਆ ਹੈ। ਹਾਂ ਬਿਰਾਜੈ ਸਤਿਗੁਰੂ ਸੋਢ ਬੰਸ ਅਵਤਾਰ। ਸੋਢ ਬੰਸ ਦੇ ਮਹਾਨ ਅਵਤਾਰ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਸ੍ਰੀ ਕਰਤਾਰਪੁਰ ਸਾਹਿਬ ਕਰਤਾਰ ਆਪ ਨੇ, ਤੇ ਆਪਣੇ ਨਗਰ ਵਿੱਚ
ਸੱਚਖੰਡ ਨਗਰ ਕਰਤਾਰਪੁਰ ਚ ਬਿਰਾਜੇ ਹੋਏ ਹਨ। ਜਾਮ ਰਹੀ ਜਬ ਜਾਮਨੀ ਕੀਰਤ ਸੋਚ ਸਨਾਨ। ਇਸ ਤਰ੍ਹਾਂ ਫੇਰ ਦੇਖੋ ਅੰਮ੍ਰਿਤ ਵੇਲੇ ਦਾ ਜ਼ਿਕਰ ਆ ਗਿਆ। ਪਹਿਰ ਰਾਤ ਰਹਿੰਦਿਆਂ ਗੁਰੂਦੇਵ ਜੀ ਜਾਗੇ ਹਨ ਤੇ ਫਿਰ ਸੋਚ ਕਿਰਿਆ ਇਸ਼ਨਾਨ ਆਦਿਕ ਕਰਕੇ ਨਿਜਾਨੰਦ ਸ੍ਰੀ ਸਤਿਗੁਰੂ ਹਵੈ ਹੈ ਅੰਤਰ ਧਿਆਨ। ਔਰ ਫਿਰ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਇਸ਼ਨਾਨ ਕਰਕੇ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਚਿਦਾਨੰਦ ਕਿੱਥੇ ਹੈ ਇਸ ਤਰ੍ਹਾਂ ਸ੍ਰੀ ਸਤਿਗੁਰੂ ਹੋਇਆ ਹੈ ਅੰਤਰ ਧਿਆਨ, ਆਪਣੇ ਅੰਤਰ ਆਤਮੇ ਵਿੱਚ ਜੁੜ ਗਏ ਹਨ, ਭਾਵ ਨਾਮ ਨਾਲ ਜੁੜ ਗਏ ਹਨ। ਓ ਭਈ ਜੋ ਇਹ ਕਥਾ ਸੁਨੇ ਤਰ ਧਿਆਨ। ਭਾਈ ਸਾਹਿਬ ਜੀ ਨੇ ਇੱਕ ਬੜਾ ਸੋਹਣਾ ਸਾਨੂੰ ਤਰੀਕਾ ਦੱਸਿਆ। ਕਹਿੰਦੇ ਨੇ ਇਹ ਜਿਹੜੀ ਕਥਾ ਹੈ ਗੁਰੂ ਦੀ ਕਥਾ, ਪਾਰ ਬ੍ਰਹਮ ਪਰਮੇਸ਼ਵਰ ਜੋਤ ਗੁਰੂ ਦੀ ਜਿਹੜੀ ਕਥਾ ਹੈ, ਜੇ ਕੋਈ ਧਿਆਨ ਨਾਲ ਸੁਣੇ, ਜੇ ਕੋਈ ਪ੍ਰੇਮ ਨਾਲ ਸੁਣੇ, ਇਕਾਗਰਤਾ ਨਾਲ ਸੁਣੇ, ਗੁਰ ਸਿੱਖੀ ਪ੍ਰਾਪਤ ਹਵੈ ਨਾਮ। ਔਰ ਇਸ ਤਰ੍ਹਾਂ ਦੇ ਨਾਲ ਉਹਨੂੰ ਗੁਰੂ ਦੀ ਸਿੱਖੀ ਤੇ ਨਾਮ ਪ੍ਰਾਪਤ ਹੋ ਜਾਏਗਾ। ਨਾਮ ਜਪਣ ਨੂੰ ਮਨ ਕਰਨ ਲੱਗ ਪਏਗਾ ਤੇ ਨਾਲੇ ਨਾਮ ਦਾ ਮਤਲਬ ਹੈ ਨਾਮ ਜਪਣ ਲੱਗ ਪਏਗਾ। ਗੁਰਸਿੱਖੀ ਨਾਮ ਦੀ ਦਾਤ ਪ੍ਰਾਪਤ ਹੋਵੇਗੀ ਤੇ ਨਾਮ ਜਪਣ ਵਾਲੇ ਦਾ ਨਾਮ 4 ਕੁੰਟਾਂ ਵਿੱਚ ਹੋ ਜਾਂਦਾ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਬਾਣੀ ਪੜੈ ਪ੍ਰੀਤ ਮਨ ਲਾਏ। ਜਿਹੜਾ ਇਹ ਕਥਾ ਸੁਣੇਗਾ ਉਹਦੀ ਬਾਣੀ ਪੜਨ ਵਿੱਚ ਪ੍ਰੇਮ ਬਣ ਜਾਏਗਾ। ਸ੍ਰੀ ਨਾਨਕ ਜੀ ਸਦਾ ਸਹਾਏ। ਜਿਹੜਾ ਇਹ ਕਥਾ ਪ੍ਰੇਮ ਨਾਲ ਸੁਣੇਗਾ ਗੁਰੂ ਨਾਨਕ ਉਹਦੇ ਸਦਾ ਹੀ ਅੰਗ ਸੰਗ ਸਹਾਈ ਰਹਿਣਗੇ। ਪੂਰਨ ਹੋਇਓ ਕਥਾ ਪ੍ਰਸੰਗ। ਇਸ ਤਰ੍ਹਾਂ ਫਿਰ 7ਵੀਂ ਰਾਸ ਤੱਕ ਦਾ ਜਿਹੜਾ ਕਥਾ ਪ੍ਰਸੰਗ ਹੈ ਪੂਰਾ ਹੋਇਆ। ਸਤਿਗੁਰ ਕੋ ਜਸ ਬੜੇ ਉਤੰਗ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਵਡਿਆਈ ਬਹੁਤ ਬੁਲੰਦ ਹੋਈ, ਬਹੁਤ ਉੱਚੀ ਤੇ ਸੁੱਚੀ ਤੇ ਮਹਾਨ ਹੈ। ਤਬ ਸੰਤੋਖ ਸਿੰਘ ਕੀਨ ਉਚਾਰ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਮੈਂ ਨਿਵਾਣੇ ਕਵੀ ਨੂੰ ਮਹਾਰਾਜ ਨੇ ਬਲ ਬਖਸ਼ਿਆ, ਮਾਣ ਬਖਸ਼ਿਆ। ਸਾਧ ਸੰਗਤ ਬਖਸ਼ਦਾ ਤੇ ਸਭ ਕੁਝ ਗੁਰੂ ਹੀ ਹੈ। ਹੁਣ ਤੁਸੀਂ ਦੇਖ ਲਓ ਦਾਸ ਨੂੰ ਮਹਾਰਾਜ ਨੇ ਕਥਾ ਦੀ ਸੇਵਾ ਬਖਸ਼ੀ ਹੈ, ਪਰ ਜਿਹੜਾ ਮਾਈਕ ਹੈ ਤਾਂ ਗੁਰੂ ਸਾਹਿਬ ਨੇ ਆਪ ਹੀ ਬਖਸ਼ਿਆ। ਜਿਹੜੇ ਕੈਮਰੇ ਲੱਗੇ ਹੋਏ ਨੇ, ਜਿਹੜਾ ਕੋਈ 158-60 ਮੁਲਕਾਂ 'ਚ ਕਥਾ ਜਾ ਰਹੀ ਹੈ ਤੇ ਸਾਰੀ ਦੁਨੀਆ 'ਚ ਸੁਣੀ ਜਾਂਦੀ ਹੈ। ਕੋਈ 70 ਲੱਖ ਤੋਂ ਵੱਧ ਸਰੋਤੇ ਨੇ। ਇਹ ਕੋਈ ਮੈਂ ਉਹਨਾਂ ਨੂੰ ਜਾ ਕੇ ਕਿਹਾ ਭਈ ਸੁਣਿਆ ਕਰੋ, ਕੋਈ ਮੈਂ ਉੱਥੇ ਜਾ ਸਕਦਾ? ਇਤਨਾ ਬਲ ਨਹੀਂ ਹੈ। ਇਹ ਸਾਰਾ ਪ੍ਰਬੰਧ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਕੀਤਾ ਹੋਇਆ। ਇੱਕ ਜੈਕਾਰਾ ਸਾਰੇ ਗੁਰੂ ਦੇ ਬਲ ਨੂੰ ਸਮਰਪਿਤ ਹੁੰਦਿਆਂ ਮਿਲ ਕੇ ਵੱਡਾ ਜੈਕਾਰਾ ਬੁਲਾਓ। ਇੱਕ ਜੈਕਾਰਾ ਹੋਰ ਵੀ ਬੁਲਾ ਦਿਓ। ਔਰ ਇੱਕ ਜੈਕਾਰਾ ਭਾਈ ਸਾਹਿਬ ਵੱਲੋਂ ਇਹ 7ਵੀਂ ਰਾਸ ਸੰਪੂਰਨ ਕਰਨ ਵਾਸਤੇ ਤੇ ਮਹਾਰਾਜ ਦੇ ਸ਼ੁਕਰਾਨੇ ਵਿੱਚ ਵੀ ਸਾਰੇ ਗੱਜ ਕੇ ਬੁਲਾ ਦਿਓ। ਹਾਂਜੀ। ਸਤਿਗੁਰ ਕੋ ਜਸ ਬੜੇ ਉਤੰਗ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਬਹੁਤ ਉੱਚਾ ਬੁਲੰਦ ਹੈ। ਤਬ ਸੰਤੋਖ ਸਿੰਘ ਕੀਨ ਉਚਾਰ। ਗੁਰੂ ਦੀ ਮਿਹਰ ਸਦਕਾ ਭਾਈ ਸੰਤੋਖ ਸਿੰਘ ਕਹਿੰਦੇ ਨੇ ਮੈਂ ਉਚਾਰ ਰਿਹਾ ਹਾਂ। ਬਾਰ ਬਾਰ ਜਾਵੇ ਬਲਹਾਰ। ਜਿਹੜੇ ਗੁਰੂ ਦਾ ਜਸ ਇਤਨਾ ਬੁਲੰਦ ਹੈ ਮੈਂ ਉਸ ਗੁਰੂ ਤੋਂ ਸਦਕੇ ਜਾਂਦਾ। ਵਾਰ ਨੇ ਬਲਿਹਾਰ ਨੇ ਲਖ ਬਰੀਆ, ਨਾਮ ਹੋ ਨਾਮ ਸਾਹਿਬ ਕੋ ਪ੍ਰਾਨ ਅਧਰਿਆ। ਇਸ ਵੇਲੇ ਇੰਨੇ ਹੀ ਬਚਨ ਪ੍ਰਵਾਨ ਕਰਨਾ। ਅਗਲੀ ਰਾਸ ਕੱਲ ਸਾਰੇ ਮਿਲ ਕੇ ਪ੍ਰਾਰੰਭ ਕਰਾਂਗੇ। ਅੱਜ ਸਾਰਿਆਂ ਨੇ ਮਨ ਹੀ ਮਨ ਅਰਦਾਸ ਕਰਨੀ ਹੈ। ਸੱਚਖੰਡ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਕੱਤਰ ਸੇਵਾਦਾਰ ਭਾਈ ਹਰਬੰਸ ਸਿੰਘ ਜੀ ਖਨੂਜਾ, ਉਹਨਾਂ ਦੇ ਸੁਪੁੱਤਰ ਮੇਰਾ ਹੀ ਵਾਲਾ ਹੀ ਨਾਮ ਹੈ ਭਾਈ ਰਣਜੀਤ ਸਿੰਘ ਜੀ, ਉਹ ਕੱਲ ਚਲਾਣਾ ਕਰ ਗਏ। ਨੌਜਵਾਨ
ਬੱਚਾ ਸੀ। ਮਹਾਰਾਜ ਜੀ ਦੇ ਚਰਨਾਂ 'ਚ ਸਾਰੇ ਅਰਦਾਸ ਕਰਨਾ ਵੀ ਮਹਾਰਾਜ ਉਸ ਵਿਛੜੀ ਹੋਈ ਆਤਮਾ ਨੂੰ, ਛੋਟੇ ਛੋਟੇ ਬੱਚੇ ਪਿੱਛੇ ਪਰਿਵਾਰ ਹੈ, ਪਤਨੀ ਹੈ, ਭਰਾ ਹਨ ਤੇ ਬਜ਼ੁਰਗ ਪਿਤਾ ਹਨ। ਸਿਆਣੇ ਕਹਿੰਦੇ ਨੇ ਬਈ ਬੱਚਿਆਂ ਦੀ ਅਰਥੀ ਮਾਪਿਆਂ ਦੇ ਮੋਢੇ ਤੇ ਬੜੀ ਕਸ਼ਟਦਾਈ ਹੁੰਦੀ ਹੈ। ਮਹਾਰਾਜ ਜੀ ਦੇ ਘਰ ਦੇ ਸਕੱਤਰ ਸੇਵਾਦਾਰ ਨੇ ਅਰਦਾਸ ਕਰਨੀ, ਗੁਰੂ ਸਾਹਿਬ ਭਾਈ ਹਰਬੰਸ ਸਿੰਘ ਜੀ ਖਨੂਜਾ ਸਾਰੇ ਪਰਿਵਾਰ ਨੂੰ ਆਪਣੀ ਮਿਹਰ ਬਖਸ਼ਣ, ਬਲ ਬਖਸ਼ਣ। ਇਹ ਜਿਹੜਾ ਬਿਖਮ ਭਾਣਾ ਵਰਤਿਆ ਹੈ, ਇਸ ਨੂੰ ਸਹਾਰਨ ਦਾ ਬਲ ਸਤਿਗੁਰੂ ਹੌਸਲਾ ਪ੍ਰਦਾਨ ਕਰਨ। ਆਓ 2 ਮਿੰਟ ਵਾਸਤੇ ਸਾਰੇ ਮਹਾਮੰਤਰ ਗੁਰਮੰਤਰ ਦੇ ਜਾਪ ਨਾਲ ਜੁੜੀਏ, ਫਿਰ ਅਰਦਾਸ ਤੇ ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਕੋਈ ਰਸਨਾ ਵਾਂਝੀ ਨਾ ਰਹਿ ਜਾਵੇ। ਕੱਲ ਨੂੰ ਅਗਲੀ 8ਵੀਂ ਰਾਸ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਲਗਾਤਾਰ ਕਥਾ ਹੈ, ਉਹ ਫਿਰ ਪ੍ਰਾਰੰਭ ਹੋਵੇਗੀ। ਵਾਹਿਗੁਰੂ 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 ਸਾਰੇ ਜਪੋ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।